ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾ ਆਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੁਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 8ਵੀਂ ਅਸ਼ਟਪਦੀ ਦੀ ਆਰੰਭਤਾ ਕਰਨੀ ਹੈ। 7ਵੀਂ ਅਸ਼ਟਪਦੀ ਦੇ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ ਸਤਿਗੁਰੂ ਜੀ ਨੇ ਜਿਹੜੇ ਨਾਮ ਜਪਣ ਵਾਲੇ ਸਾਧ ਜਨ ਨੇ, ਗੁਰਮੁਖ ਜਨ ਨੇ, ਉਹਨਾਂ ਦੀ ਉਪਮਾ ਨੂੰ ਕਿਸ ਰੂਪ ਦੇ ਵਿੱਚ ਬਿਆਨ ਕੀਤਾ ਸੀ। ਔਰ ਸਤਿਗੁਰੂ ਜੀ ਨੇ ਕਿਹਾ ਸੀ ਕਿ ਸਾਧ ਤੇ ਪ੍ਰਭੂ ਦੇ ਵਿੱਚ ਭੇਦ ਇਸ ਲਈ ਨਹੀਂ ਹੈ ਕਿਉਂਕਿ ਗੁਰੂ ਕਾ ਸਿੱਖ ਗੁਰਮੁਖ ਪਿਆਰਾ ਨਾਮ ਜਪਦਾ ਉਸ ਪ੍ਰਭੂ ਦੀ ਪ੍ਰੀਤ ਦੇ ਵਿੱਚ, ਉਸ ਪ੍ਰਭੂ ਦੇ ਪਿਆਰ ਦੇ ਵਿੱਚ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ। ਉਹਦੇ ਅੰਦਰ ਸਾਹਿਬ ਜੀ ਦੇ ਗੁਣ ਆ ਜਾਂਦੇ, ਵਾਹਿਗੁਰੂ ਜੀ ਦੇ ਸੰਪੂਰਨ ਗੁਣਾਂ ਦਾ ਉਹ ਧਾਰਨੀ ਹੋ ਜਾਂਦਾ। ਜਿਵੇਂ ਹੀ ਅਸੀਂ ਇਹ ਪਦਾ ਵਿਚਾਰਿਆ ਸੀ ਕਿ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਇਸ ਤੋਂ ਅਲੱਗਾ ਅਸੀਂ ਬਹੁਤ ਸੈਂਕੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪ੍ਰਮਾਣ ਦੇਖੇ ਸੀ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲਾਖ ਕਰੋਰੀ। ਇਹਦੇ ਵਿੱਚੋਂ ਅਸੀਂ ਹੋਰ ਵੀ ਉਦਾਹਰਣ ਲਏ ਸੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੋਰ ਵੀ ਬੇਅੰਤ ਅਸੀਂ ਸਤਿਗੁਰੂ ਜੀ ਦੀ ਬਾਣੀ, ਕਿਉਂਕਿ ਦਾਸ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ, ਇਸ ਬਾਣੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਕੀਤੀ ਜਾਏ, ਕਿਤੇ ਹੋਰ ਪਾਸੇ ਨਾ ਜਾਇਆ ਜਾਏ। ਅਤੇ ਇੱਥੇ ਸਿਰਫ ਬਾਣੀ ਦੀਆਂ ਤੁਕਾਂ ਬਹੁਤ ਜ਼ਿਆਦਾ ਪੜ੍ਹਨੀਆਂ ਜਾਂ ਹੋਰ ਉਦਾਹਰਣ ਲੈਣੇ, ਇਹ ਕੋਈ ਵਿਦਵਤਾ ਦਾ ਪ੍ਰਤੀਕ ਨਹੀਂ ਹੁੰਦਾ। ਸਿਰਫ ਦਾਸ ਦਾ ਇੰਨਾ ਕੁ ਯਤਨ ਹੁੰਦਾ ਹੈ ਕਿ ਇਹ ਕੀਤੀ ਜਾਣ ਵਾਲੀ ਕਥਾ ਵੱਧ ਤੋਂ ਵੱਧ ਬਾਣੀ ਦੇ ਪ੍ਰਮਾਣ ਪੜ੍ਹੇ ਜਾਣ, ਤਾਂ ਕਿ ਇਹ ਕਥਾ ਹੀ ਸਿਮਰਨ ਬਣ ਜਾਏ, ਇਹ ਕਥਾ ਹੀ ਪ੍ਰਭੂ ਦਾ ਚੇਤਾ ਬਣ ਜਾਏ। ਇਹ ਪ੍ਰਭੂ ਦੀ ਚਰਨਾਂ ਦੇ ਵਿੱਚ ਅਰਦਾਸ ਰੂਪੀ ਹੀ ਕਥਾ ਦਾ ਇੱਕ ਐਸਾ ਭਾਵ ਹਿਰਦੇ ਵਿੱਚ ਪ੍ਰਗਟ ਹੋ ਜਾਏ, ਜਿਸ ਰੂਪ ਦੇ ਵਿੱਚ ਅੰਦਰ ਇਹ ਕਥਾ ਨੂੰ ਸਰਵਣ ਕਰਦੇ ਕਰਦੇ ਸਤਿਗੁਰੂ ਜੀ ਦੇ ਨਾਮ ਦੀ ਅੰਮ੍ਰਿਤ ਧਾਰਾ ਵਰਸੇ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਅੰਮ੍ਰਿਤ ਧਾਰਾ ਦਾ ਜਿਹੜਾ ਇਹ ਸੱਚ ਹੈ, ਇਹ ਇਸ ਮਨ ਦੇ ਅੰਦਰ ਵਰਤੇ। ਸੋ ਸਤਿਗੁਰੂ ਜੀ ਇਸ ਪਦੇ ਦੇ ਵਿੱਚ ਅਸ਼ਟਪਦੀ ਦੇ ਵਿੱਚ, 8ਵੀਂ ਅਸ਼ਟਪਦੀ ਦੇ ਵਿੱਚ, ਜਿਵੇਂ ਪਿਛਲੇ ਵਿੱਚ ਸਾਧ ਦੀ ਮਹਿਮਾ ਨੂੰ ਬਿਆਨ ਕੀਤਾ ਹੈ, ਇਸ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨੀ ਦੀ ਮਹਿਮਾ ਨੂੰ ਬਿਆਨ ਕਰਦੇ ਹੈ ਕਿ ਜਿਹੜਾ ਸਾਧ ਹੁੰਦਾ ਹੈ ਉਹ ਪ੍ਰਭੂ ਦਾ ਨਾਮ ਜਪਦੇ ਜਪਦੇ ਜਦ ਬ੍ਰਹਮ ਗਿਆਨੀ ਵਾਲੀ ਅਵਸਥਾ ਤੱਕ ਪਹੁੰਚਦਾ, ਉਸ ਅਵਸਥਾ ਤੱਕ ਪਹੁੰਚਦਿਆਂ ਉਹਦੇ ਅੰਦਰ ਕਿਸ ਰੂਪ ਦੇ ਵਿੱਚ ਪ੍ਰਭੂ ਦੇ ਨਾਮ ਦਾ ਰੰਗ ਲੱਗਦਾ ਹੈ ਅਤੇ ਕਿਵੇਂ ਉਸ ਬ੍ਰਹਮ ਗਿਆਨਤਾ ਦੀ ਅਵਸਥਾ ਨੂੰ ਪ੍ਰਭੂ ਦੀ ਅਵਸਥਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਐਸੀ ਅਵਸਥਾ ਹੈ ਜਿਸ ਅਵਸਥਾ ਨੂੰ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੱਸਦੇ ਨੇ ਕਿ ਜੇ ਉਹ ਪ੍ਰਭੂ ਸ੍ਰਿਸ਼ਟ ਦਾ ਕਰਤਾ ਹੁੰਦਾ ਹੈ ਅਤੇ ਇਹੋ ਜਾਣੋ ਕਿ ਬ੍ਰਹਮ ਗਿਆਨੀ ਵੀ ਫਿਰ ਉਸ ਪ੍ਰਭੂ ਤੋਂ ਘੱਟ ਨਹੀਂ ਹੁੰਦਾ। ਉਹਦੇ ਅੰਦਰ ਵੀ ਉਹ ਤਾਕਤਾਂ, ਉਹ ਸਮਰੱਥਾ, ਉਹ ਸਭ ਕੁਝ ਭਰਿਆ ਹੁੰਦਾ। ਸਤਿਗੁਰ ਆਪ ਹੀ ਉਹਦੇ ਵਿੱਚ ਅੰਦਰ ਸਭ ਕੁਝ ਭਰ ਦਿੰਦਾ, ਉਹ ਪ੍ਰਭੂ ਭਰ ਦਿੰਦਾ ਕਿ ਕੋਈ ਭੇਤ ਨਹੀਂ ਰਹਿੰਦਾ ਫਿਰ। ਸੋ ਸਾਹਿਬ ਜੀ ਇਹੀ ਸਮਝਾਉਂਦੇ, ਸ਼ਲੋਕ ਦੇ ਵਿੱਚ ਕਹਿੰਦੇ
ਮਨ ਸਾਚਾ ਮੁਖ ਸਾਚਾ सोए, ਜਿਹਦੇ ਮਨ ਦੇ ਵਿੱਚ ਸੱਚੇ ਪ੍ਰਭੂ ਦਾ ਨਾਮ ਹੋਏ, ਜਿਹਦੇ ਮੁਖ ਤੇ ਵੀ ਸੱਚੇ ਪ੍ਰਭੂ ਦਾ ਨਾਮ ਹੋਏ। ਮਨ ਔਰ ਮੁਖ ਦੇ ਵਿੱਚ ਹੋਣਾ ਇਹ ਬੜੀ ਭੇਤਮਈ ਅਵਸਥਾ ਹੈ, ਕਿਉਂਕਿ ਕਈ ਵਾਰੀ ਸਾਡੇ ਵਰਗੇ ਜਿਹੜੇ ਬਹੁਤ ਗਿਆਨ ਧਿਆਨ ਦੀਆਂ ਗੱਲਾਂ ਕਰਦੇ, ਕੀਰਤਨ ਕਥਾ ਕਰਦੇ ਹੈ, ਉਹਨਾਂ ਦੇ ਮੁਖ ਦੇ ਉੱਤੇ ਤੇ ਬਾਣੀ ਹੋ ਸਕਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਸਾਡੇ ਮਨਾਂ ਦੇ ਵਿੱਚ ਵੀ ਬਾਣੀ ਹੋਏ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਜਿਨ੍ਹਾਂ ਦੇ ਮਨ ਦੇ ਉੱਤੇ ਤੇ ਮੁਖ ਦੇ ਵਿੱਚ ਸੱਚੇ ਪ੍ਰਭੂ ਦਾ ਨਾਮ ਹੋਏ। ਅਵਰ ਨਾ ਪੇਖੈ ਏਕਸ ਬਿਨ ਕੋਏ, ਇੱਕ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਨਾ ਕਰਨ, ਕਿਸੇ ਹੋਰ ਵੱਲ ਉਹਨਾਂ ਦਾ ਇਸ਼ਾਰਾ ਜਾਂ ਨਜ਼ਰ ਨਾ ਹੋਏ, ਕਿਸੇ ਹੋਰ ਵੱਲ ਉਹਨਾਂ ਦਾ ਵਿਸ਼ਵਾਸ ਜਾਂ ਆਪਣੇ ਪ੍ਰਾਣਾਂ ਨੂੰ ਨਿਛਾਵਰ ਕਰਨ ਦੀ ਬਾਤ ਨਾ ਹੋਏ। ਸਿਰਫ ਔਰ ਸਿਰਫ ਇੱਕ ਹੋਏ। ਅਵਰ ਨਾ ਪੇਖੈ ਏਕਸ ਬਿਨ ਕੋਏ, ਇੱਕ ਤੋਂ ਬਿਨਾਂ ਕੋਈ ਹੋਰ ਨਹੀਂ ਉਹਨਾਂ ਦੇ ਚਿੰਤਨ ਵਿੱਚ। ਤੇ ਸਾਹਿਬ ਜੀ ਕਹਿੰਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੱਚੀ ਮੁੱਚੀ ਇਹ ਲੱਛਣ ਬ੍ਰਹਮ ਗਿਆਨੀ ਦੇ ਨੇ। ਦੋ ਤੁਕਾਂ ਦੇ ਵਿੱਚ ਸਤਿਗੁਰ ਜੀ ਨੇ ਨਿਚੋੜ ਦੱਸ ਦਿੱਤਾ ਸਲੋਕ 'ਚ ਕਿ ਜਿਹਦਾ ਮਨ ਵੀ ਜਿਹਦਾ ਮੁਖ ਵੀ, ਜੋ ਢਿੱਡ ਵਿੱਚ ਹੈ ਉਹੀ ਮੂੰਹ 'ਤੇ ਹੈ, ਪਰ ਜਿਨ੍ਹਾਂ ਦਾ ਨਹੀਂ ਹੈ ਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਨਹੀਂ, ਉਹ ਕੱਚੇ ਨੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਈ, ਜਿਨ੍ਹਾਂ ਦੇ ਮਨ 'ਤੇ ਵੀ ਨਾਮ ਤੇ ਜਿਨ੍ਹਾਂ ਦੇ ਮੁਖ 'ਤੇ ਵੀ ਸੱਚੇ ਪ੍ਰਭੂ ਦਾ ਨਾਮ। ਅਵਰ ਨਾ ਪੇਖੈ ਏਕਸ ਬਿਨ ਕੋਏ, ਇੱਕ ਤੋਂ ਬਿਨਾਂ ਕਿਸੇ ਦੂਸਰੇ ਵੱਲ ਨਾ ਵੇਖਣ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਇਹੀ ਗੁਣ ਨੇ ਬ੍ਰਹਮ ਗਿਆਨੀ ਦੇ। ਇਸ ਤੋਂ ਬਿਨਾਂ ਬ੍ਰਹਮ ਗਿਆਨੀ ਦੇ ਸੰਪੂਰਨ ਗੁਣਾਂ ਨੂੰ ਆਪਾਂ ਬੇਅੰਤ ਲਫ਼ਜ਼ਾਂ ਦੇ ਵਿੱਚ ਤੇ ਬਿਆਨ ਕਰ ਸਕਦੇ ਹਾਂ, ਪਰ ਜਿਹੜੀ ਬ੍ਰਹਮ ਗਿਆਨਤਾ ਦੇ ਸਭ ਤੋਂ ਕੀਮਤੀ ਗੁਣਾਂ ਦੀ ਗੱਲ ਇਹੀ ਹੈ ਕਿ ਉਹਨਾਂ ਦਾ ਮਨ ਤੇ ਮੁਖ ਦੇ ਉੱਤੇ ਸੱਚਾ ਨਾਮ ਹੀ ਹੁੰਦਾ ਹੈ। ਸੋ ਆਓ ਜੀ ਹੁਣ ਅਸ਼ਟਪਦੀ ਦੇ ਵਿੱਚ ਸਤਿਗੁਰ ਜੀ ਇਸ ਬ੍ਰਹਮ ਗਿਆਨਤਾ ਦੀ ਅਵਸਥਾ ਨੂੰ ਕਿਸ ਰੂਪ ਦੇ ਵਿੱਚ ਇਹਨਾਂ ਪਦਿਆਂ ਦੇ ਵਿੱਚ 80 ਤੁਕਾਂ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਰਵਣ ਕਰੀਏ ਜੀ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਹੈ ਪਾਣੀ ਦੀ ਤਰ੍ਹਾਂ, ਨਿਰਲੇਪ ਦੀ ਤਰ੍ਹਾਂ। ਜਿਸ ਤਰ੍ਹਾਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ, ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਹੁੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ। ਉਹ ਕਿਸ ਰੂਪ ਦੇ ਵਿੱਚ? ਮਾਇਆ ਦੇ ਵਿੱਚ ਤੇ ਹੈ, ਗ੍ਰਸਤ ਦੇ ਵਿੱਚ ਤੇ ਹੈ, ਸੰਸਾਰ ਦੇ ਲੋਕਾਂ ਦੇ ਵਿੱਚ ਤੇ ਹੈ, ਪਰ ਉਹਦੇ ਅੰਦਰ ਦੀ ਅਵਸਥਾ ਇਸ ਤਰ੍ਹਾਂ ਦੀ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਮਨ ਜਿਹੜਾ ਹੈ ਪ੍ਰਭੂ ਦੇ ਨਾਮ ਦੇ ਵਿੱਚ ਹੈ ਤੇ ਬੋਲ ਚਾਲ ਸਾਰਿਆਂ ਦੇ ਨਾਲ ਠਾਠਾ ਬਾਗਾ ਹੈ। ਸਭ ਦੇ ਨਾਲ ਹੱਸਣਾ, ਬੈਠਣਾ, ਉੱਠਣਾ, ਚੱਲਣਾ, ਤੁਰਨਾ, ਫਿਰਨਾ, ਕਾਰਜ ਕਰਨੇ। ਸਤਿਗੁਰੂ ਜੀ ਕਹਿੰਦੇ ਪਰ ਮਨ ਨਿਰਮਲ ਹੈ। ਇਹਨੂੰ ਹੀ ਕਿਹਾ ਕਿ ਸਾਹਿਬ ਜੀ ਕਹਿੰਦੇ ਕਿ ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਸਦਾ ਹੀ ਨਿਰਲੇਪ ਹੈ, ਭਾਵ ਕਿ ਕਮਲ ਦੇ ਫੁੱਲ ਦੀ ਤਰ੍ਹਾਂ ਮਾਇਆ ਤੋਂ ਬਿਲਕੁਲ ਨਿਰਲੇਪ ਹੈ। ਜੈਸੇ ਜਲ ਮਹਿ ਕਮਲ ਅਲੇਪ, ਜਿਸ ਤਰ੍ਹਾਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਹੁੰਦਾ, ਚਿੱਕੜ ਦੇ ਅੰਦਰ ਹੁੰਦਾ, ਪਰ ਚਿੱਕੜ ਦੀ ਜਿਹੜੀ ਉਹ ਮਾੜੀ ਬਿਰਤੀ ਹੈ, ਉਸ ਕਮਲ ਦੇ ਫੁੱਲ ਨੂੰ ਪ੍ਰਭਾਵ ਨਹੀਂ ਪਾ ਸਕਦੀ। ਇਹੀ ਅਵਸਥਾ ਹੈ ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਨਾਨਕ ਨਾਮ ਬਖਾਣੇ ਬ੍ਰਹਮ ਗਿਆਨੀ ਦੀ ਅਵਸਥਾ ਹੈ, ਕਮਲ ਦੇ ਫੁੱਲ ਦੀ ਤਰ੍ਹਾਂ ਉਹ ਅਲੇਪ ਹੈ ਜੀ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੁਖ। ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ, ਅੰਦਰ ਦੇ ਨਾਮ ਜਪਣ ਦਾ ਜਪ ਤਪ ਹੈ, ਉਹ ਨਿਰਦੋਖ ਹੈ। ਦੋਖ ਕਹਿੰਦੇ ਦੁੱਖ, ਪਾਪ ਇਸ ਪਾਪਾਂ ਤੋਂ ਬਿਨਾਂ ਹੈ, ਨਿਰਦੋਖ ਹੈ, ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਜੈਸੇ ਸੂਰ ਸਰਬ ਕੋ ਸੋਖ, ਕਿੱਥੇ ਚੁਬੱਚੇ 'ਚ ਪਾਣੀ ਪਿਆ ਹੋਏ ਸੂਰਜ ਉਹਨੂੰ ਵੀ ਸੋਖ ਲੈਂਦਾ ਹੈ, ਤੇ ਕਿਸੇ ਥਾਂ 'ਤੇ ਮਲੀਨਤਾ ਰੂਪੀ ਚਿੱਕੜ ਜਾਂ ਕਾਈ ਹੋਵੇ ਤੇ ਸੂਰਜ ਉਹਨੂੰ ਵੀ ਸੌਂਕ ਲੈਂਦੀ ਹੈ। ਜਿਸ ਤਰ੍ਹਾਂ ਸੂਰਜ ਕਾਈ ਤੇ ਚਿੱਕੜ ਮੈਲ ਨੂੰ ਵੀ ਸੌਂਕ ਲੈਂਦਾ ਹੈ, ਇਸ ਰੂਪ ਦੇ ਵਿੱਚ ਬ੍ਰਹਮ ਗਿਆਨੀ ਦਾ ਜਿਹੜਾ ਜਪ ਤਪ ਹੁੰਦਾ ਹੈ ਉਹ ਬਿਲਕੁਲ ਨਿਰਦੋਖ ਹੁੰਦਾ ਹੈ, ਜਿਹੜੇ ਪਾਪਾਂ ਨੂੰ ਸਾੜ ਕੇ ਦੁੱਖਾਂ ਨੂੰ ਖਤਮ ਕਰਕੇ ਰੱਖਦਾ ਹੈ ਜੀ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਨਾ, ਇੱਕ ਰੂਪ ਦੇ ਵਿੱਚ ਸਮਾਨ ਹੁੰਦੀ ਹੈ ਬਿਲਕੁਲ, ਉਹ ਉੱਚੇ ਲਈ ਵੀ ਤੇ ਨੀਵੇਂ ਲਈ ਵੀ। ਸਾਡੀ ਬਿਰਤੀ ਇਸਤਰੀ ਇਸ ਤਰ੍ਹਾਂ ਜਿਹੜਾ ਸਾਡੇ ਤੋਂ ਉੱਚਾ ਹੈ
ਤਾਕਤਵਰ ਹੈ, ਵੱਡਾ ਹੈ, ਜਿਹਦੇ ਕੋਲ 4 ਪੈਸੇ, ਤਾਕਤ ਵੱਧ ਹੈ, ਉਹਦੇ ਅੱਗੇ ਅਸੀਂ ਝੁਕ ਜਾਂਦੇ ਹਾਂ। ਅਤੇ ਜਿਹੜਾ ਸਾਡੇ ਤੋਂ ਮਾੜਾ ਹੈ, ਗਰੀਬ ਹੈ, ਅਤੇ ਉਹਦੇ ਉੱਤੇ ਅਸੀਂ ਧੱਕਾ ਕਰਨ ਲੱਗ ਜਾਂਦੇ ਹਾਂ। ਪਰ ਜਿਹੜਾ ਬ੍ਰਹਮ ਗਿਆਨੀ ਹੈ, ब्रह्म ज्ञानी क्या दृष्टि समान, उदी दृष्टि समान है। जैसे राज रंग को लागै तुल पवान, तुल कहते हैं पवान, पवान कहते हैं हवा, तुल कहते बराबर। कहते जिस तरह राजे नूं ते भिखारी नूं इस कुदरत कादर दी कुदरत दी ये अवस्था इस तरह की है, जद कादर दी कुदरत इस कुदरत विच हवा वगदी है तो राजे नूं भी जे वो हवा दे सामने या हवा उहदे मूँह ते वजे तो भिखारी नूं भी मूँह ते वजे, वो इक्को जी होंदी है। जिस तरह पखा चलता है, पखे थल्ले भावें कोई राजा बह जाए तो भावें कोई भिखारी बह जाए, इक्को रूप दे विच जिहड़ी कुदरत दी हवा उहनूं वज रही है, ये करते दी पैदा की हुई ये जिहड़ी हवा है, ये ब्रह्म ज्ञानी का सुभाव हवा की तरह है। जैसे राज रंग को लागै तुल पवान, एक राज राजे नूं ते भिखारी नूं एक रूप च हवा वजदी है जी। ब्रह्म ज्ञानी का सुभाव इक्को जिहा हुंदा है, भावें कोई राजा आ जाए, भावें कोई भिखारी आ जाए, वो सारिਆਂ ਨੂੰ ਇੱਕੋ ही नज़र नाल देखदा है, ਇੱਕੋ तरह का उपकार ते ਇੱਕੋ तरह का ਉਹਦਾ ਜਿਹੜਾ ਸੁਭਾਅ ਹੁੰਦਾ है जी। ब्रह्म ज्ञानी कै धीरज एक, ज्यों बसुदा को खोदै कऊ चंदन लेप। ब्रह्म ज्ञानी का ਜਿਹੜਾ ਧੀਰਜ ਹੁੰਦਾ है मन का, वो ਇੱਕੋ रूप ਦੇ ਵਿੱਚ अडोल ਹੁੰਦਾ है। हरजन राम नाम गुण गावै, जे को निंद करै हरजन की अपना गुण ना गवावै। ਉਹਦਾ अंदर का धीरज एक रूप ਦੇ ਵਿੱਚ बराबर है। नेह निंदिया नेह उस्तत जाकै लोभ मोह अभिमाना, हर कसोग ते रह नियारो नाहे मान अपमाना। ਉਹਦੇ अंदर का धीरज ਇੱਕੋ ही रूप ਦੇ ਵਿੱਚ है। ज्यों बसदा को खुद है कऊ चंदन लेप। बसदा कहते धरती, कोई बंदा कई लैके धरती नूं पट्टना शुरू कर दे तो कोई बंदा ਉਹਦੇ ਨਾਲ ही धरती के उत्ते चंदन का ते अगर का लेप करना शुरू कर दे। ਜਿਹੜਾ कई लैके धरती नूं पट रहा, धरती उन्होंने श्राप नहीं दिंदी। ਜਿਹੜਾ चंदन का लेपना कर रहा धरती के उत्ते, जमीन के उत्ते, ते धरती ਉਹਨੂੰ कोई खुश होकर वरदान नहीं दे दिंदी। धरती का इक्को जिहा सुभाਅ है, धरती नूं पट्टण वाले नूं भी कोई श्राप नहीं है, वो भी इक्को जिहा लाह लैंदा। भावें कोई चंदन लेप ਉਹਦੇ उत्ते मलदा रहे धरती उत्ते, ते धरती ਉਹਨੂੰ कोई वरदान नहीं देण लगी। इसी तरह जिहड़ा ब्रह्म ज्ञानी है, ਉਹਦੇ अंदर का धीरज सुनो, ਉਹਨੂੰ कोई आके चंगे बचन बोल जाए, ਉਹਦੇ भाव चंदन लेप कर जाए, ਉਹਦੇ ਲਈ ਉਹ ਇੱਕੋ ਜਿਹਾ ਸੁਭਾਅ है। तो भावें कोई निंदक आके, भावें कोई माड़े लफ्ज़ आके भी बोल जाए, तां भी ब्रह्म ज्ञानी का अंदर डोलदा नहीं है। जो बसदा को खुद है कऊ चंदन लेप। इक्को रूप दे विच जिस तरह धरती का सुभाअ है, उस तरह ही ब्रह्म ज्ञानी का सुभाअ है जी। अगे सतगुरु जी कहते जी, ब्रह्म ज्ञानी का यह गुनाओ, नानक ज्यों पावक का सहज सुभाओ। ब्रह्म ज्ञानी का यह गुनाओ, गुनाओ का मतलब गुण। सुनो जी, ब्रह्म ज्ञानी का यह भी गुण है। नानक ज्यों पावक का सहज सुभाओ, जिस तरह अग का सहज रूप दे विच अग दे उत्ते भोजन बनाओ तो भोजन के अंदर दे जिन्ने भी जीवाणु है अग साड़ दिंदी है। कुठाली दे विच कच्चा सोना, मैला सोना सुनियारा पाए तो अग का सुभाअ है, उस अग सोने नूं साड़ के उहदी मैल नूं साड़ दिंदी है। भाव जिहड़ा अग का सहज रूप दे विच सुभाअ हुंदा है कि गंदगी नूं खत्म करके रख दिंदा है। यही ब्रह्म ज्ञानी का सुभाअ है। ब्रह्म ज्ञानी का यह है गुनाओ, ये वड्डा गुण है। नानक ज्यों पावक का सहज सुभाओ, जिवें अग का सहज रूप दे विच गुण है साड़न का, विकारां नूं मैल नूं साड़न का, यही गुण जिहड़ा ब्रह्म ज्ञानी का हुंदा है जी। ब्रह्म ज्ञानी निर्मल ते निर्मला, जैसे मैल ना लागै जला। ब्रह्म ज्ञानी का सुभाव सिर्फ अग की तरह नहीं, ब्रह्म ज्ञानी का सुभाव पानी की तरह है, निर्मल तो निर्मल है। जैसे मैल न लागै जला, जिस तरह पानी मैला नहीं होंदा। असी कहने असी नहाते हाँ, असी कपड़े धोने हाँ, असी घर धोने हाँ तो पानी असी देखते हाँ कि असी बाहर कढ़ते हाँ प्रणालियां च ते पानी मैला निकल रहा मैल दे विच। पर सच्चाई है पानी मैला नहीं होंदा। कित्थे जाके पानी भावें वो गलियां दे विच जाएगा, नालियां दे विच, उस पानी दे उत्ते रत्ता क धुप दीयां किरणां पईयां, उस पानी ने फिर उड़ जाना है, मैल थल्ले दी थल्ले रह जाएगी। इस करके सतगुरु जी कहंदे है कि जिहड़ा खास रूप दे विच ब्रह्म ज्ञानी है, उहदा सुभाअ इह हुंदा है
कि वो मैला नहीं हुंदा। ब्रह्म ज्ञानी निर्मल ते निर्मला, जैसे मैल ना लागै जला, जिस तरह जल मैला नहीं हुंदा, वो मैल थल्ले रह जाती है तो जल निर्मल उड़ जाता है हवा दे विच। इस तरह जिहड़ा ब्रह्म ज्ञानी सदा ही निर्मल है, मैल उन्होंने चिंबड़ नहीं सकती, उहदी सुरत प्रभु दे विच ही समाई रहिंदी है जी। ब्रह्म ज्ञानी कै मन होए प्रकाश, जैसे धर ऊपर आकाश। सतगुरु जी कहते हैं जिहड़ा ब्रह्म ज्ञानी का सुभाव है, ब्रह्म ज्ञानी कै होए मन, ब्रह्म ज्ञानी कै मन होए प्रकाश। मन दे अंदर इहो जिहा खेड़ा, इहो जिहा ज्ञान रूपी चानण है, इहो जी विशालता है, जैसे धर ऊपर आकाश। जिवें धरती उत्ते आकाश हुंदा है ना, हुण कहिए कि आकाश सिर्फ धरती उत्ते नहीं है, धरती दे थल्ले भी आकाश है, धरती दे सज्जे भी आकाश है, खब्बे भी आकाश है, सारे पासे है। ब्रह्म ज्ञानी का सुभाव कल्ला अग वर्गा नहीं, पानी वर्गा नहीं, हवा वर्गा नहीं, ये सुभाव आकाश वर्गा भी है, विशाल भी है। जैसे धर ऊपर आकाश, आकाश इक्को जिहा धरती दे उत्ते, भावें कोई किसी रूप दे विच किसी भी देश, किसी भी धरती के खिते टुकड़े के उत्ते जाके उत्ते देखे, इधर देखे, इधर देखे, वो उन्होंने आकाश ही दिसेगा। ब्रह्म ज्ञानी का भी ये सुभाव है, उन्होंने जिस रूप के विचों मर्जी वेख लो, परख लो, वो जिस तरह आकाश इक्को रूप जा सारी धरती ते जिथों मर्जी वेख लो तो वह इक्को जिहा दिसदा है। ब्रह्म ज्ञानी का अंदर का प्रकाश ते उहदा जिहड़ा पसारा है, वो एक आकाश की तरह इक्को जिहा ही रूप है। वो बाहरों कुछ होर नहीं, अंदरों कुछ होर नहीं, दुश्मनां लई कुछ होर नहीं, ते मित्रां लई कुछ होर नहीं, गुआंढी लई कुछ होर नहीं, ते जिहड़े दूर दे रिश्तेदार उन्हां लई ना, सब दे लई इक्को जिहा। वो सब को मीत हम आपन कीना, हम सबना के साजन। इस करके जैसे धर ऊपर आकाश, जिवें धरती उत्ते आकाश है, उस तरह ब्रह्म ज्ञानी का ये सुभाव। हुण तुसीं देखो, ध्यान करोगे, इत्थे हुण असीं पहला पदा विचारिया, दूसरे पदे दी असी पहली तुका नूं विचारिया है तो दूसरी तुका नूं विचारिया है। हुण तुसीं देखोगे कि असी ये 5 तत्तां दे गुण पढ़ के आए हैं पूरे। अप तेज बाए पृथ्वी आकाशा, ऐसी रहत रहो हर पासा। भगत कबीर जी ने ये बड़े कीमती बचन दिते ने, जिहड़े गुरु ग्रंथ साहब महाराज जी की बाणी विच ने, कि जिहड़ा ब्रह्म ज्ञानी का सुभाव हुंदा है ना, ऐसी रहत रहो हर पासा। वो कल्ला 5 तत्तां दा ये संसार नहीं देखदा बनिया होया, 5 तत्तां दा ये शरीर नहीं देखदा, ਉਹਦੇ अंदर दे 5 तत्त बराबर हो जाते हैं। साढ़े अंदर दे 5 तत्त इंबैलेंस ने। साढ़े साड़ी अंदर दी फायर, वाटर, एयर, अर्थ, ईदर, जिन्हों आपां किसी रूप दे विच बयान करिए, अंग्रेजी आखिए, हिंदी आखिए, पंजाबी आखिए, अप तेज बाए पृथ्वी आकाशा, कहंदे सारा कुछ। अप कहंदे पानी, तेज कहंदे है अग, बाए कहंदे है हवा, पृथ्वी जिन्हों मिट्टी कह सकते हैं, आकाश, ये 5 तत्तां तो शरीर मन बनिया है। अप तेज बाए पृथ्वी आकाशा, पर ऐसी रहत रहो हर पासा। जिहड़ा ब्रह्म ज्ञानी गुरमुख है वो इन्हां 5 तत्तां की रहत रखता है। देखो दोबारा पढ़ो, असी ये पढ़ के आए हैं कि ब्रह्म ज्ञानी जिहड़ा है, ब्रह्म ज्ञानी के दृष्ट समान, जैसे राज रंग को लागै तुल पवान। हवा तत्त आ गया, जिस तरह हवा गरीब ते अमीर नूं इक्को जी लगती है, हवा तत्त ब्रह्म ज्ञानी का निर्लेप है, बिल्कुल बैलेंस्ड है। ब्रह्म ज्ञानी का धीरज एक जो बसदा को खुद है को चंदन लेप। धरती तत्त आ गया, धरती नूं भावें पट्टो ते भावें चंदन का लेप करो, ब्रह्म ज्ञानी का अंदर धरती वर्गा है। ब्रह्म ज्ञानी का यह है गुनाओ, ज्यों नानक जो पावक का सहज स्वभाव। जिमें अग तत्त आ गया तीसरा, अग का यह सुभाव है कि उन्हें साड़ना ही है, तो ब्रह्म ज्ञानी भी मलीनता नूं साड़ दिंदा है। अगे कहते ब्रह्म ज्ञानी निर्मल ते निर्मला। फिर पानी तत्त आ गया, कहते जिस रूप दे विच पानी मैला नहीं होंदा, ब्रह्म ज्ञानी का अंदर मैला नहीं होंदा। ते 5वां तत्त ब्रह्म ज्ञानी कै मन होए प्रकाश, कहते जिहड़ा आकाश तत्त है, जैसे धर ऊपर आकाश। सतगुरु जी कहते जिवें धरती दे उत्ते आकाश है, इस तरह ब्रह्म ज्ञानी का सुभाव है। धरती दे उत्ते आकाश इक्को रूप दे विच है। ब्रह्म ज्ञानी की जिहड़ी बख्शिश है, बिरती है, वो सारियां दे उत्ते बराबर है जी। इनू ही सतगुरु जी कहते हैं कि जिहड़ा ब्रह्म ज्ञानी का सुभाव है वो सुभाव 5 तत्तां वाला है जी। सतगुरु जी अगे की बख्शिश करते, सरवण करो जी। ब्रह्म ज्ञानी कै मित्र छत्र समान, ब्रह्म ज्ञानी कै नाही अभिमान। ब्रह्म ज्ञानी दे लई मित्रू ते शत्रु समान होंदे ने।
ਭਾਵ ਉਹਦੇ ਲਈ ਕੋਈ ਮਿੱਤਰੂ ਨਹੀਂ, ਕੋਈ ਸ਼ਤਰੂ, ਕੋਈ ਮਿੱਤਰ ਨਹੀਂ, ਕੋਈ ਸ਼ਤਰ ਨਹੀਂ। ਉਹਦੇ ਲਈ ਸਾਰੇ ਹੀ ਇੱਕ ਰੂਪ ਦੇ ਵਿੱਚ ਨੇ। ਮਿੱਤਰ ਸ਼ਤਰ ਸਮਾਨ ਨੇ। ਦੁਨੀਆ ਦੇ ਸਾਡੇ ਲੋਕਾਂ ਦੇ ਵਿੱਚ ਮਿੱਤਰ ਸ਼ਤਰੂ ਹੋ ਸਕਦੇ ਨੇ ਕਿ ਇਹ ਸਾਡੇ ਮਿੱਤਰ ਨੇ, ਇਹ ਸਾਡੇ ਸ਼ਤਰੂ ਨੇ, ਪਰ ਜਿਹੜੀ ਬ੍ਰਹਮ ਗਿਆਨਤਾ ਦੀ ਬਿਰਤੀ ਹੈ, ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ, ਬ੍ਰਹਮ ਗਿਆਨੀ ਕੈ ਨਾ ਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਦੇ ਵਿੱਚ ਰੰਚਕ ਵਾਤਰ ਵੀ ਅਭਿਮਾਨ, ਮੈਂ ਮੇਰੀ ਨਹੀਂ ਹੁੰਦੀ। ਉਹ ਤੇ ਇਹੀ ਕਹਿੰਦਾ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਰੂਪ ਦੇ ਵਿੱਚ ਬ੍ਰਹਮ ਗਿਆਨੀ ਨੂੰ ਅਭਿਮਾਨ ਨਹੀਂ ਹੈ ਜੀ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਸੁਰਤ ਕਰਕੇ, ਗੁਣਾ ਕਰਕੇ ਬ੍ਰਹਮ ਗਿਆਨੀ ਉੱਚੇ ਤੋਂ ਉੱਚਾ ਹੈ। ਉਹਦੀ ਸੁਰਤ ਸਾਰੀ ਸੁਰਤਾਂ ਨਾਲੋਂ, ਆਮ ਮਨੁੱਖਾਂ ਦੀ ਸੁਰਤ ਨਾਲੋਂ ਉੱਚੀ ਹੈ, ਸੁੱਚੀ ਹੈ ਉਹਦੀ ਸੁਰਤ। ਪਰ ਉਹਦਾ ਜਿਹੜਾ ਮਨ ਹੈ ਉਹ ਬਿਲਕੁਲ ਨੀਵੇਂ ਤੋਂ ਨੀਵਾਂ। ਜਿਵੇਂ ਆਪਾਂ ਅਰਦਾਸ 'ਚ ਮੰਗਦੇ ਆ ਨਾ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਬਸ ਉਹਦੀ ਮਤ ਉੱਚੀ ਤੋਂ ਉੱਚੀ ਹੁੰਦੀ ਹੈ ਔਰ ਉਹਦਾ ਮਨ ਨੀਵੇਂ ਤੋਂ ਨੀਵਾਂ ਹੁੰਦਾ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਤ ਦ੍ਰਿੜ ਤੋਂ ਦ੍ਰਿੜ ਹੁੰਦੀ ਹੈ। ਮਨ ਆਪਣਾ ਹੈ ਸਭ ਤੇ ਨੀਚਾ, ਤੇ ਮਨ ਨੀਵੇਂ ਤੋਂ ਨੀਵਾਂ ਹੁੰਦਾ ਹੈ। ਕਿਉਂਕਿ ਉਹ ਕਹਿੰਦਾ ਹੈ ਕਬੀਰ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ। ਕਹਿੰਦੇ ਮੈਂ ਨਹੀਂ ਕਰ ਸਕਦਾ। ਕਹਿੰਦੇ ਕਿਆ ਜਾਣਾ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕਰਨ ਵਾਲਾ ਉਹ ਹੈ, ਮਨ ਤੇ ਹੈ ਹੀ ਨਹੀਂ, ਮੈਂ ਤੇ ਹੈ ਹੀ ਨਹੀਂ। ਕਰਨ ਵਾਲਾ ਉਹੀ ਹੈ। ਮੈਂ ਨਾਹੀਂ ਕਛ ਹੋ ਨਾਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹਨੂੰ ਹੀ ਕਹਿੰਦੇ ਕਿ ਜਿਹੜੀ ਮਤ ਜੇ ਸਾਡੀ ਉੱਚੀ ਹੋ ਜਾਏ ਨਾ, ਫਿਰ ਯਾਦ ਰੱਖਿਓ ਮਨ ਪਾਪ ਨਹੀਂ ਕਰ ਸਕਦਾ। ਮਨ ਦੇ ਅੰਦਰ ਮਾੜੇ ਤੋਂ ਮਾੜਾ ਫੁਰਨਾ ਆਏ, ਪਰ ਮਤ ਜੇ ਉੱਚੀ ਹੋਏ, ਬ੍ਰਹਮ ਗਿਆਨੀ ਊਚ ਤੇ ਉੱਚਾ, ਪਰ ਜਿਹੜੀ ਉਹ ਮਤ ਹੁੰਦੀ ਹੈ ਫਿਰ ਉਸ ਮਨ ਨੂੰ ਸਮਝਾ ਦਿੰਦੀ ਹੈ, ਹੇ ਮਨਾ ਬਾਣੀ ਪੜ੍ਹਦਾ, ਗੁਰੂ ਨਾਨਕ ਦਾ ਸਿੱਖ ਹੈ, ਮੁਰਸ਼ਦ ਤੇਰਾ ਨਾਨਕ ਹੈ, ਕਿਹੜੇ ਪਾਸੇ ਤੁਰ ਪਿਆ। ਇਹ ਬ੍ਰਹਮ ਗਿਆਨੀ ਦਾ ਸੁਭਾਅ ਹੈ। ਸੁਰਤ ਕਰਕੇ ਉੱਚਾ ਹੈ, ਪਰ ਮਨ ਕਰਕੇ ਉਹਦੇ ਅੰਦਰ ਬਿਲਕੁਲ ਅਭਿਮਾਨ ਨਹੀਂ, ਬਿਲਕੁਲ ਹਉਮੈ ਨਹੀਂ, ਬਿਲਕੁਲ ਅੰਦਰ ਰੰਚਕ ਮਾਤਰ ਵੀ ਸੂਖਸ਼ਮ ਹਉਮੈ ਦਾ ਕਣ ਨਹੀਂ ਹੁੰਦਾ। ਇਹਨੂੰ ਕਿਹਾ ਮਨ ਆਪਣਾ ਹੈ ਸਭ ਤੇ ਨੀਚਾ, ਨੀਚੇ ਤੋਂ ਨੀਚਾ ਉਹਦਾ ਮਨ ਹੁੰਦਾ ਹੈ ਜੀ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਪਰ ਬ੍ਰਹਮ ਗਿਆਨੀ ਹਰ ਕੋਈ ਨਹੀਂ ਬਣ ਸਕਦਾ। ਬ੍ਰਹਮ ਗਿਆਨੀ ਉਹੀ ਬਣਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਉਹੀ ਜਨ ਬ੍ਰਹਮ ਗਿਆਨੀ ਬਣਦੇ ਨੇ। ਨਾਨਕ ਜਿਨ ਪ੍ਰਭ ਆਪ ਕਰੇ, ਜਿਸ ਦੇ ਉੱਤੇ ਪ੍ਰਭੂ ਕਿਰਪਾ ਕਰਕੇ ਜਿਹਨੂੰ ਇਹ ਅਵਸਥਾ ਦੇ, ਉਹੀ ਇਸ ਅਵਸਥਾ ਤੇ ਪੜਦਾ ਹੈ ਜੀ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਜਿਹੜੀ ਬ੍ਰਹਮ ਗਿਆਨੀ ਦੀ ਅੰਦਰ ਦੀ ਅਵਸਥਾ ਹੈ, ਸਭ ਦੀ ਰੇਣੂਕਾ ਹੋ ਕੇ ਰਹਿੰਦੀ ਹੈ। ਉਹ ਇਸ ਰੂਪ ਦੇ ਵਿੱਚ ਬਚਨ ਚੇਤੇ ਕਰਦਾ ਹੈ, ਦਾਨ ਮਹਿੰਡਾ ਤਲੀ ਖਾਕ, ਜੇ ਮਿਲਿਆ ਤਾਂ ਮਸਤਕ ਲਾਈ ਹੈ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਤੇ ਆਈ ਹੈ। ਉਹ ਸਦਾ ਹੀ ਇਹ ਅਵਸਥਾ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦਾ ਹੈ। ਸਾਹਿਬ ਜੀ ਕਹਿੰਦੇ ਜੋ ਦੀਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜਿਉ। ਸਗਲ ਦੀ ਰੇਣੂਕਾ ਹੋ ਕੇ ਰਹਿੰਦਾ ਹੈ। ਉਹ ਤੇ ਇਹ ਕਹਿੰਦਾ ਹੈ ਕਿ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਉਹ ਤੇ ਇਹੀ ਸਦਾ ਕਹਿੰਦਾ ਹੈ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਕਿ ਮੈਂ ਆਪਣੇ ਆਪ ਨੂੰ ਖਾਕ ਬਣਾ ਕੇ ਰੱਖਾਂ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਰੀਨਾ ਕਹਿੰਦੇ ਰੇਣੂਕਾ, ਰੇਣੂਕਾ ਭਾਵ ਖਾਕ, ਭਾਵ ਨੀਵੇਂ ਤੋਂ ਨੀਵਾਂ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਇੱਕ ਸਿਰਫ ਬ੍ਰਹਮ ਗਿਆਨੀ ਦੀ ਅਵਸਥਾ ਹੈ ਜਿਹਨੇ ਆਤਮਿਕ ਰਸ ਦੀ ਪ੍ਰਾਪਤੀ ਕੀਤੀ ਹੈ, ਆਤਮਿਕ ਰਸ ਨੂੰ ਪਛਾਣਿਆ। ਚੀਨਾ ਦਾ ਮਤਲਬ ਕਹਿਣ ਵਾਲੇ ਬਹੁਤ ਹੋਣਗੇ ਕਿ ਮੈਂ ਬਣ ਚੁੱਕਾ, ਮੈਂ ਅਹੰ ਬ੍ਰਹਮਸ ਹੋ ਚੁੱਕਾ, ਮੈਂ ਉਸ ਤੱਕ ਪਹੁੰਚ ਗਿਆ। ਪਰ ਜਿਹੜਾ ਪਹੁੰਚਿਆ, ਸਤਿਗੁਰ ਜੀ ਕਹਿੰਦੇ ਹੈ, ਉਹ ਤੇ ਆਪਣੇ ਆਪ ਨੂੰ ਸਭ ਦੀ ਰੇਣੂਕਾ ਬਣਾ ਕੇ, ਉਹ ਤੇ ਇਹ ਕਹਿੰਦਾ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਤੇਰੇ ਕਰਕੇ ਹੀ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਿਕ ਤੂੰ ਹਰ ਪਿਤਾ ਮਾਇਆ। ਇਸ ਰੂਪ ਦੇ ਵਿੱਚ ਸਤਿਗੁਰ ਜੀ ਕਹਿੰਦੇ ਹੈ ਕਿ ਜਿਹੜਾ ਬ੍ਰਹਮ ਗਿਆਨੀ ਦੇ ਅੰਦਰ ਦਾ ਹੁੰਦਾ ਹੈ, ਉਹਨੇ ਆਤਮਿਕ ਰਸ ਨੂੰ ਚੀਨਾ ਦਾ ਭਾਵ ਪਛਾਣਿਆ ਹੁੰਦਾ, ਆਤਮ ਰਸ ਨੂੰ ਜਾਣਿਆ ਹੁੰਦਾ ਹੈ ਜੀ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਮਾਇਆ ਕਹਿੰਦੇ ਹੈ ਰਜ਼ਾ, ਮਾਇਆ ਕਹਿੰਦੇ ਹੈ ਚੰਗਾ ਸੁਭਾਅ, ਖੁਸ਼ੀ, ਮਿਹਰ।
ਬ੍ਰਹਮ ਗਿਆਨੀ ਸਾਰਿਆਂ ਦੇ ਨਾਲ ਪਿਆਰ ਕਰਕੇ ਰੱਖਦਾ, ਸਾਰਿਆਂ ਦੇ ਉੱਤੇ ਤਰਸ ਕਰਕੇ ਰੱਖਦਾ, ਕਿਉਂਕਿ ਉਹਦੀ ਅਵਸਥਾ ਉੱਚੀ ਹੈ, ਪਰ ਉਹ ਸਾਰਿਆਂ ਨੂੰ ਪਿਆਰ ਕਰਕੇ ਬਰਾਬਰ ਜਾ ਰੱਖਦਾ। ਸਭ ਉਪਰ ਮਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਜੇ ਸਾਰੇ ਮਿਲ ਕੇ ਵੀ ਉਹਦਾ ਵਿਗਾੜਨ ਨੂੰ ਤੁਰ ਪੈਣਗੇ, ਰੱਬ ਮਾਇਆ ਦਾ ਸੁਭਾਅ ਤੇ ਬਦਲ ਸਕਦਾ ਹੈ, ਪਰ ਬ੍ਰਹਮ ਗਿਆਨੀ ਦੇ ਨਾਲ ਕੁਝ ਵੀ ਬੁਰਾ ਨਹੀਂ ਹੋ ਸਕਦਾ, ਉਹਦੇ ਨਾਲ ਕੁਝ ਵੀ ਬੁਰਾ ਨਹੀਂ ਘਟ ਸਕਦਾ। ਇਹ ਬ੍ਰਹਮ ਗਿਆਨੀ ਦੇ ਅੰਦਰ ਦੀ ਅਵਸਥਾ ਦੀ ਬਰਕਤ ਹੈ ਜੀ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਜਿਹੜਾ ਬ੍ਰਹਮ ਗਿਆਨੀ ਦਾ ਅੰਦਰ ਹੈ, ਸਮਦਰਸ਼ੀ, ਸਮਦ੍ਰਿਸ਼ਟ, ਇੱਕੋ ਜੀ ਸਾਰਿਆਂ ਨੂੰ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ। ਉਹਦੇ ਲਈ ਮਿੱਤਰ ਤੇ ਸ਼ਤਰੂ ਵੀ ਸਮਾਨ ਨੇ, ਨਿੰਦਾ ਕਰਨ ਵਾਲੇ ਉਸਤਤ ਕਰਨ ਵਾਲੇ ਵੀ ਸਮਾਨ ਨੇ, ਦੁੱਖ ਤੇ ਸੁੱਖ ਉਹ ਵੀ ਸਮਾਨ ਨੇ, ਰਾਜਾ ਤੇ ਰੰਕ ਵੀ ਸਮਾਨ ਨੇ। ਇਹ ਅਵਸਥਾ ਬੜੀ ਉੱਚੀ ਹੈ, ਜਿਹੜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨਤਾ ਦੇ ਅੰਦਰ ਦੀ ਅਵਸਥਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਉਹਦੇ ਅੰਦਰ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ, ਜੇ ਉਹ ਦੇਖਦਾ ਹੈ, ਇਹ ਵਾਲੀਆਂ ਅੱਖਾਂ ਨਹੀਂ, ਇਹਨੂੰ ਕਿਹਾ ਅੱਖੀਂ ਬਾਝੋਂ ਵੇਖਣਾ ਵਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਨ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਇਹ ਅਵਸਥਾ ਬ੍ਰਹਮ ਗਿਆਨੀ ਦੀ, ਉਹ ਅੰਦਰ ਦੀ ਬਖਸ਼ਿਸ਼ ਦੀਆਂ ਅੱਖਾਂ ਦੇ ਨਾਲ, ਉਹਦੀ ਦ੍ਰਿਸ਼ਟੀ ਤੋਂ ਵੀ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਵਰਸਦਾ। ਜਿੱਥੇ ਉਹ ਭਰ ਕੇ ਨਜ਼ਰ ਪਾ ਲੇ, ਉੱਥੇ ਜ਼ਹਿਰ ਵੀ ਅੰਮ੍ਰਿਤ ਹੋ ਜਾਂਦਾ। ਭਾਵ ਕਿ ਦੁੱਖਾਂ ਤੋਂ ਸੜਦੀ ਹੋਈ ਆਤਮਾ ਵੀ ਠੰਡੀ ਠਾਰ ਹੋ ਕੇ ਪ੍ਰਭੂ ਦਾ ਰੰਗ, ਪ੍ਰਭੂ ਦਾ ਨਾਮ ਇਹਦੇ ਰੂਪ ਦੇ ਵਿੱਚ ਸਰਾਸ਼ਾਰ ਹੁੰਦੀ ਹੈ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ, ਉਹਦੀ ਅੱਖਾਂ ਵਿੱਚੋਂ ਵੀ ਪ੍ਰਭੂ ਦੀ ਬੰਦਗੀ ਦਾ ਅੰਮ੍ਰਿਤ ਨੀਰ ਵਰਸਦਾ ਹੈ ਜੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਜਿਹੜਾ ਬ੍ਰਹਮ ਗਿਆਨੀ ਹੈ, ਮਾਇਆ ਦੇ ਸਾਰੇ ਬੰਧਨਾਂ ਤੋਂ ਮੁਕਤ ਹੁੰਦਾ। ਆਰੰਭਤਾ ਇਤੋਂ ਕੀਤੀ ਸੀ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਜਿਸ ਤਰ੍ਹਾਂ ਕਮਲ ਨਿਰਲੇਪ ਹੁੰਦਾ ਹੈ, ਬ੍ਰਹਮ ਗਿਆਨੀ ਵੀ ਇਹਨਾਂ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਉਹਦੀ ਜਿਹੜੀ ਜੁਗਤ ਹੁੰਦੀ ਹੈ, ਜੀਵਨ ਜਾਚ ਹੁੰਦੀ ਹੈ, ਜੀਵਨ ਸ਼ੈਲੀ ਹੁੰਦੀ ਹੈ, ਉਹ ਬੜੀ ਨਿਰਮਲ ਹੁੰਦੀ ਹੈ। ਸਾਡੀ ਮੈਲੀ ਹੈ, ਸਾਡੀ ਵਾਸ਼ਨਾ ਵਾਲੀ ਹੈ। ਅਸੀਂ ਸੇਵਾ ਵੀ ਕਰਦੇ ਹਾਂ, ਪਰ ਅਸੀਂ ਅੰਦਰ ਵਾਸ਼ਨਾ ਰੱਖ ਕੇ ਕਰਦੇ ਹਾਂ, ਸਾਨੂੰ ਕੀ ਮਿਲੇਗਾ। ਪਰ ਜਿਹੜੀ ਬ੍ਰਹਮ ਗਿਆਨੀ ਦੀ ਜੁਗਤ ਹੈ, ਉਹ ਸਦਾ ਹੀ ਨਿਰਮਲ ਹੈ। ਇਸ ਰੂਪ 'ਚ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੈ ਜਲਾ। ਜਿਸ ਰੂਪ ਦੇ ਵਿੱਚ ਪਾਣੀ ਨਹੀਂ ਮੈਲਾ ਹੁੰਦਾ, ਉਹਦੀ ਜੁਗਤ ਵੀ ਨਿਰਮਲ ਹੈ ਜੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸੱਚੀ ਮੁੱਚੀ ਬਾਹਰ ਦੇ ਜਿੰਨੇ ਪਦਾਰਥ ਨੇ, ਬ੍ਰਹਮ ਗਿਆਨੀ ਦਾ ਅੰਦਰ ਬਾਹਰ ਦੇ ਪਦਾਰਥਾਂ ਤੋਂ ਰੱਜ ਚੁੱਕਾ ਹੁੰਦਾ। ਉਹਦੀ ਜਿਹੜੀ ਭੁੱਖ ਹੁੰਦੀ ਹੈ ਸੱਚੀ ਮੁੱਚੀ ਪ੍ਰਭੂ ਦੇ ਨਾਮ ਦੀ ਬੰਦਗੀ ਦੀ, ਪ੍ਰਭੂ ਦੇ ਸਿਫਤ ਸਲਾਹ ਦੇ ਕੱਪੜੇ ਦੀ, ਪ੍ਰਭੂ ਦੇ ਅੰਦਰ ਅੰਮ੍ਰਿਤ ਨੂੰ ਭੁੰਜਣ ਦੀ। ਇਹ ਵਾਲੀ ਜਿਹੜੀ ਭੁੱਖ ਹੁੰਦੀ ਹੈ, ਇਹ ਸਿਰਫ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਪ੍ਰਭੂ ਦਾ ਗਿਆਨ ਪ੍ਰਾਪਤ ਕਰਨਾ, ਇਹ ਬ੍ਰਹਮ ਗਿਆਨੀ ਦਾ ਅਸਲ ਰੂਹਾਨੀ ਭੋਜਨ ਹੈ। ਅਸੀਂ ਸਰੀਰ ਨੂੰ ਤੇ ਰਿਸ਼ਟ ਪੁਸ਼ਟ ਬਣਾਈ ਜਾ ਰਹੇ ਹਾਂ, ਸਰੀਰ ਨੂੰ ਅਸੀਂ ਬਾਰ-ਬਾਰ ਰਜਾਈ ਜਾਂਦੇ ਹਾਂ, ਪਰ ਆਤਮਾ ਨੂੰ ਭੋਜਨ ਦੇਣ ਬਾਰੇ ਕੋਈ ਨਹੀਂ ਸੋਚਦਾ। ਸਿਰਫ ਉਹ ਬ੍ਰਹਮ ਗਿਆਨੀ ਹੈ ਜਿਹੜਾ ਆਪਣੀ ਆਤਮਾ ਨੂੰ ਤ੍ਰਿਪਤ ਕਰਨ ਵਾਸਤੇ ਗਿਆਨ ਦਾ ਭੋਜਨ ਪੁੰਚਦਾ ਹੈ ਜੀ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਦੇ ਵਿੱਚ, ਇੱਕ ਬ੍ਰਹਮ ਦੇ ਵਿੱਚ, ਇੱਕ ਪ੍ਰਭੂ ਦੇ ਵਿੱਚ ਉਹ ਧਿਆਨ ਟਿਕਾਉਂਦਾ ਹੈ। ਬਾਕੀ ਕੋਈ ਪਦਾਰਥਾਂ ਦਾ ਉਹਦਾ ਧਿਆਨ ਵੱਲ ਨਹੀਂ, ਕੋਈ ਚੀਜ਼ ਉਹਦਾ, ਕੋਈ ਵਾਸ਼ਨਾ ਉਹਦਾ ਧਿਆਨ ਨਹੀਂ ਖਿੱਚ ਸਕਦੀ। ਸਿਰਫ ਉਹਦਾ ਧਿਆਨ ਇੱਕ ਪ੍ਰਭੂ ਦੇ ਚਰਨਾਂ ਵਿੱਚ ਹੈ ਜੀ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੀ ਜਿਹੜੀ ਆਸ ਹੁੰਦੀ ਹੈ, ਇੱਕੋ ਹੀ ਪ੍ਰਭੂ ਦੇ ਉੱਤੇ ਹੁੰਦੀ ਹੈ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੇਰੇ ਲਈ, ਮੇਰੀ ਨਿਮਾਣੀ ਲਈ ਇੱਕ ਪ੍ਰਭੂ ਤੇਰਾ ਹੀ ਪੱਲਾ ਹੈ। ਇਹਨੂੰ ਹੀ ਪ੍ਰਥਮੇ ਮਤਾ ਜੇ ਪੱਤਰੀ ਚਲਾਵੂੰ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੂੰ, ਤ੍ਰਿਤੀਏ ਮਤਾ ਕਛ ਕਰੂੰ ਉਪਾਇਆ, ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ। ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਇੱਕ ਆਸ ਹੈ, ਉਹ ਪ੍ਰਭੂ ਦੇ ਉੱਤੇ ਹੈ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਕਿਸੇ ਵੀ ਰੂਪ ਦੇ ਵਿੱਚ ਕੋਈ ਵਿਨਾਸ਼ ਨਹੀਂ ਕਰ ਸਕਦਾ। ਤਨ ਤੇ ਵਿਨਾਸ਼ ਹੋ ਸਕਦਾ ਹੈ, ਪਰ ਉਹਦੀ ਕੀਤੀ ਗਈ ਬੰਦਗੀ, ਉਹਦੀ ਹਾਜ਼ਰੀ, ਉਹ ਸਦਾ ਹੀ ਦੁਨੀਆ ਵਿੱਚ ਰਹਿੰਦੀ ਹੈ ਜੀ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਅੰਦਰ ਗਰੀਬੀ ਭਰੀ ਹੁੰਦੀ ਹੈ। ਗਰੀਬੀ ਦਾ ਮਤਲਬ ਕੋਈ ਬਾਹਰ ਦੀ ਗਰੀਬੀ ਨਹੀਂ, ਅੰਦਰ ਦੀ ਨਿਮਰਤਾ। ਇਹਨੂੰ ਹੀ ਕਿਹਾ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਪ੍ਰਭੂ ਦੇ ਦਰ ਤੋਂ ਕੀ ਲੈ ਕੇ ਆਏ ਸੀ? ਸਤਿਗੁਰ ਜੀ ਨੇ ਜੋ ਪ੍ਰਾਪਤ ਕੀਤਾ, ਸਤਿਗੁਰ ਜੀ ਨੇ ਨੌ ਨਿਧ ਨਾਮ ਗਰੀਬੀ ਪਾਈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਭੂ ਤੋਂ ਪ੍ਰਾਪਤ ਕੀਤਾ ਸੀ, ਜਿਹਨੂੰ ਕਿਹਾ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿਸਿਉ ਬਨਿਆਈ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਫਿਰ ਇਹੀ ਨਾਮ ਦੀ ਗਰੀਬੀ ਗੁਰੂ ਨਾਨਕ ਸਾਹਿਬ ਨੇ ਅੱਗੇ ਦਿੱਤੀ ਗੁਰਸਿੱਖਾਂ ਨੂੰ, ਸਾਧ ਜਨਾਂ ਨੂੰ, ਸੰਤ ਜਨਾਂ ਨੂੰ, ਬ੍ਰਹਮ ਗਿਆਨੀਆਂ ਨੂੰ। ਇਸੇ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਕੀਮਤੀ ਸ਼ਬਦ ਪੜ੍ਹਦੇ ਹਾਂ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰ ਜੀ ਕਹਿੰਦੇ ਹੈ ਸਾਰਾ ਕੁਝ ਹੋਏ, ਤੂੰ ਨਾਮ ਦਾ ਬੀਜ ਬੋਏ, ਪਰ ਤੇਰਾ ਜਿਹੜਾ ਰੱਖ ਗਰੀਬੀ ਵੇਸ, ਤੇਰੇ ਅੰਦਰ ਨਿਮਰਤਾ ਹੋਣੀ ਬੜੀ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਮਨੁੱਖ ਕੋਲ ਗਿਆਨ ਹੋਏ ਤੇ ਨਿਮਰਤਾ ਵੀ ਹੋਏ, ਧਿਆਨ ਹੋਏ ਤੇ ਨਿਮਰਤਾ ਵੀ ਹੋਏ, ਉਹਦੇ ਕੋਲ ਕੋਈ ਨਾ ਕੋਈ ਬਖਸ਼ਿਸ਼ ਹੋਏ, ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਹੋਏ ਤੇ ਨਿਮਰਤਾ ਵੀ ਹੋਏ। ਨਹੀਂ, ਸਭ ਕੁਝ ਹੋਣ ਦੇ ਬਾਵਜੂਦ ਨਿਮਰਤਾ ਹੋਣੀ, ਇਹ ਸਿਰਫ ਗੁਰੂ ਦੀ ਬਖਸ਼ਿਸ਼, ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾਂ ਬ੍ਰਹਮ ਗਿਆਨੀ ਦੇ ਅੰਦਰ ਹੀ ਹੋ ਸਕਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾਂ, ਉਮਾਹਾਂ ਦਾ ਮਤਲਬ ਖੇੜਾ। ਜਦ ਵੀ ਉਹ ਪਰਉਪਕਾਰ ਬਾਰੇ ਸੁਣਦਾ ਹੈ, ਉਹਦੇ ਅੰਦਰ ਖੇੜਾ ਪੈਦਾ ਹੁੰਦਾ ਹੈ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਉਹ ਪਰਉਪਕਾਰ ਕਰਨ ਲਈ, ਮਦਦ ਕਰਨ ਲਈ, ਸੇਵਾ ਕਰਨ ਲਈ ਸਦਾ ਹੀ ਤਤਪਰ ਰਹਿੰਦੇ ਹੈ ਜੀ। ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਇੱਥੇ ਪਰਉਪਕਾਰ ਦੀ ਗੱਲ ਕੀਤੀ ਪਿਛਲੇ ਪਦੇ 'ਚ। ਅਗਲੇ ਪਦੇ 'ਚ ਕਿਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ। ਉਹ ਜੇ ਕਿਸੇ ਦੀ ਸੇਵਾ, ਕਿਸੇ ਰੂਪ ਦਾ ਪਰਉਪਕਾਰ, ਕਿਸੇ ਦੀ ਮਦਦ, ਕਿਸੇ ਰੂਪ ਦੇ ਵਿੱਚ ਬਾਂਹ ਫੜਦਾ ਹੈ, ਕੋਈ ਵੀ ਕੰਮ ਕਰਦਾ ਹੈ, ਉਹਦੇ ਮਨ ਦੇ ਅੰਦਰ ਕੰਮ ਕਰਨ ਲਈ ਧੰਦਾ ਨਹੀਂ ਹੁੰਦਾ। ਧੰਦੇ ਦਾ ਮਤਲਬ ਕਿ ਜੇ ਮੈਂ ਕੁਝ ਕਰ ਰਿਹਾ ਤਾਂ ਮੈਨੂੰ ਕੀ ਮਿਲੇਗਾ? ਪ੍ਰੋਫਿਟ। ਬ੍ਰਹਮ ਗਿਆਨੀ ਐਸਾ ਹੈ ਕਿ ਉਹਦੇ ਮਨ ਦੇ ਵਿੱਚ ਸੇਵਾ ਕਰਕੇ, ਸੇਵਾ ਕਰਨ ਤੋਂ ਬਾਅਦ ਧੰਦੇ ਵਾਲੀ ਭਾਵਨਾ ਨਹੀਂ ਹੈ, ਲੈ ਜੀ ਮੈਂ ਕਿੰਨੀ ਵਾਹੀ ਵਾਹ ਵਾਹ। ਇਕੱਲੀ ਦਮੜਿਆਂ ਦਾ ਧੰਦਾ ਨਹੀਂ ਹੁੰਦਾ, ਵਾਹ ਵਾਹੀ ਦਾ ਵੀ ਧੰਦਾ ਹੁੰਦਾ ਹੈ। ਸੇਵਾ ਕਰਕੇ ਕੰਨ ਅੱਗੇ ਕਰ ਦੇਣਾ ਕਿ ਲੋਕੀ ਕੀ ਕਹਿੰਦੇ ਆ। ਪਰ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਉਹਦੇ ਮਨ ਦੇ ਵਿੱਚ ਮਾਇਆ ਦਾ ਧੰਦ ਨਹੀਂ ਹੁੰਦਾ, ਧੰਦਾ ਨਹੀਂ ਹੁੰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਆਪਣੇ ਮਨ ਨੂੰ ਭਜਾਉਣ ਦੀ ਬਜਾਏ ਉਹ ਟਿਕਾ ਲੈਂਦਾ। ਥਿਰਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਉਹ ਆਪਣੇ ਮਨ ਨੂੰ ਟਿਕਾ ਲੈਂਦਾ ਹੈ। ਇਹੀ ਸੁਭਾਅ ਬ੍ਰਹਮ ਗਿਆਨੀ ਦਾ ਸਭ ਤੋਂ ਉੱਤਮ ਹੁੰਦਾ ਹੈ ਜੀ। ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਜਿੱਥੇ ਬ੍ਰਹਮ ਗਿਆਨੀ ਹੈ ਉੱਥੇ ਸਭ ਦਾ ਭਲਾ ਹੁੰਦਾ ਹੈ। ਬ੍ਰਹਮ ਗਿਆਨੀ ਦੇ ਕਰਕੇ ਹੀ ਭਲਾ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸੁਫਲ ਫਲਾ, ਸੁਫਲ ਫਲਾ ਉਹਦੇ ਭਾਵ ਕਿ ਉਹਦੀ ਜੀਵਨ ਦਾ ਫਲ, ਉਹਦੇ ਜੀਵਨ ਦਾ ਫਲ ਸਫਲ ਹੁੰਦਾ। ਉਹਦਾ ਜੀਵਨ ਦਾ ਆਉਣਾ, ਜੀਵਨ ਜਿਉਣਾ, ਉਸ ਧਰਤੀ ਦੇ ਆ ਕੇ ਪਰਉਪਕਾਰ ਸੇਵਾ, ਉਹਦਾ ਹੋਣਾ ਵੀ ਆਪਣੇ ਆਪ ਦੇ ਵਿੱਚ ਸੁਫਲ ਫਲਾ ਹੈ। ਚੰਗੇ ਫਲ ਲੱਗਦੇ ਨੇ ਜੀ। ਇਹਨੂੰ ਹੀ ਕਿਹਾ ਫਲ ਗੁਣ ਆਨੰਦ ਉਪਾਰਜਣਾ। ਹਰ ਸੱਜਣ ਪ੍ਰਗਟੇ ਆਏ, ਕਿ ਫਲ ਗੁਣ ਹੈ ਬੰਦਗੀ ਕਰਨ ਦਾ, ਕਿ ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨਸ ਲਾਖ ਸਦਾ ਥਿਰਥੀਆ। ਕੀਤੀ ਹੋਈ ਬੰਦਗੀ ਸੁਫਲ ਫਲਾਈ ਹੁੰਦੀ ਹੈ, ਉਹ ਚੰਗਾ ਫਲ ਮਿਲਦਾ ਹੈ ਜੀ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਬ੍ਰਹਮ ਗਿਆਨੀ ਦੇ ਨਾਲ ਸਾਰੇ ਹੀ ਤਰ ਜਾਂਦੇ, ਬਹੁਤੇ ਤਰ ਜਾਂਦੇ ਆ, ਬਹੁਤਿਆਂ ਦਾ ਭਲਾ ਹੋ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਇੱਥੇ ਵਿਸ਼ਰਾਮ ਦੇ ਕੇ ਪੜ੍ਹਨਾ ਹੈ। ਬ੍ਰਹਮ ਗਿਆਨੀ ਦੇ ਸਦਕੇ ਸਾਰਾ ਸੰਸਾਰ ਜਪਣ ਲੱਗ ਜਾਂਦਾ ਹੈ ਉਸ ਪ੍ਰਭੂ ਨੂੰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਸਾਰਾ ਸੰਸਾਰ ਬ੍ਰਹਮ ਗਿਆਨੀ ਦੇ ਸਦਕੇ, ਭਾਵ ਇੱਕ ਬੰਦਗੀ ਕਰਨ ਵਾਲਾ ਹੀ ਕਈਆਂ ਨੂੰ ਪ੍ਰਭੂ ਦੇ ਰਸਤੇ ਦੇ ਉੱਤੇ ਤੋਰ ਪੈਂਦਾ ਹੈ। ਸਾਰਾ ਸੰਸਾਰ ਉਹ ਪ੍ਰਭੂ ਦੀ ਬੰਦਗੀ ਦੇ ਵਿੱਚ ਲਾ ਛੱਡਦਾ ਹੈ ਜੀ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਦੇ ਅੰਦਰ ਇੱਕੋ ਹੀ ਰੰਗ, ਲੋਭ ਦਾ ਰੰਗ ਨਹੀਂ ਹੁੰਦਾ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਇਹ ਵਾਲਾ ਰੰਗ ਨਹੀਂ ਹੁੰਦਾ। ਉਹਦੇ ਅੰਦਰ ਇੱਕੋ ਹੀ ਪ੍ਰਭੂ ਦਾ ਰੰਗ ਹੁੰਦਾ ਹੈ, ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ। ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਇੱਕੋ ਹੀ ਰੰਗ ਪ੍ਰਭੂ ਦੇ ਨਾਮ ਦਾ ਹੈ, ਇੱਕ ਹੈ ਰੰਗ ਕਿਹਾ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ,
ਉਹਦੀ ਸੁਰਤ ਦੇ ਵਿੱਚ ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਹੋਣਾ, ਪ੍ਰਭੂ ਦੀ ਹੋਂਦ ਇਹੀ ਵਸਦੀ ਹੈ ਜੀ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਦੇ ਲਈ ਨਾਮ ਹੀ ਆਸਰਾ ਹੈ, ਆਧਾਰ ਹੈ, ਹੋਰ ਕੁਛ ਨਹੀਂ। ਜਿਉ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਮਨ ਨੂੰ ਟਿਕਾ ਦੇਣ ਵਾਲਾ ਸਿਰਫ ਔਰ ਸਿਰਫ ਗੁਰੂ ਦਾ ਸ਼ਬਦ ਬ੍ਰਹਮ ਗਿਆਨੀ ਦਾ ਆਧਾਰ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਪਰਿਵਾਰ ਦਾ ਮਤਲਬ ਆਸ ਪਾਸ ਦੇ ਜੀ ਆਸਰਾ ਦੇਣ ਵਾਲੇ, ਪਰ ਉਹਦੇ ਲਈ ਹੋਰ ਨਹੀਂ ਕੋਈ, ਉਹਦੇ ਲਈ ਸਿਰਫ ਉਹਦਾ ਨਾਮ, ਪ੍ਰਭੂ ਦਾ ਨਾਮ ਹੀ ਉਹਦਾ ਪਰਿਵਾਰ ਹੈ। ਉਹਦਾ ਉੱਠਣਾ ਬੈਠਣਾ ਨਾਮ ਦੇ ਨਾਲ ਹੈ, ਉਹਦਾ ਬੋਲਣਾ ਚਾਲਣਾ ਨਾਮ ਦੇ ਨਾਲ ਹੈ, ਸਭ ਕੁਛ ਹੀ ਉਹਦਾ ਨਾਮ ਹੈ ਜੀ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਵਿਕਾਰਾਂ ਦੇ ਹੱਲੇ ਵੱਲੋਂ ਸਦਾ ਹੀ ਜਾਗਤ ਰਹਿੰਦਾ। ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਹਉਮੈ ਨੂੰ ਕੋਈ ਬਿਰਲਾ ਹੀ ਇੰਦਰੀ ਜਿੱਤ ਤਿਆਗ ਸਕਦਾ ਹੈ, ਪਰ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਅਹੰਗ ਬੁੱਧ ਹਉਮੈ ਨੂੰ ਬਿਲਕੁਲ ਤਿਆਗ ਦਿੰਦਾ ਹੈ ਜੀ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਐਸੀ ਬਖਸ਼ਿਸ਼ ਹੁੰਦੀ ਹੈ ਉਸ ਬ੍ਰਹਮ ਦੇ ਗਿਆਨ ਦੇ ਵਿੱਚ, ਲਵਾਲਬ ਜਿਹਦੀ ਸੁਰਤ ਹੈ, ਉਹਦੇ ਮਨ ਦੇ ਵਿੱਚ ਪਰਮ ਆਨੰਦ ਦੀ ਅਵਸਥਾ ਹੁੰਦੀ ਹੈ, ਅਤੇ ਉਹਦੇ ਘਰ ਸਰੀਰ ਰੂਪੀ ਮਨ ਰੂਪੀ ਘਰ ਦੇ ਵਿੱਚ ਸਦਾ ਹੀ ਆਨੰਦ ਹੁੰਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਕਿਹਾ ਇਹਨੂੰ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਸੁਰਤ, ਉਹਦਾ ਮਨ, ਉਹਦਾ ਬੁੱਧ, ਉਹਦੀ ਚਿੱਤ, ਉਹਦਾ ਅੰਤਸ਼ਕਰਨ, ਉਹਦੀ ਇਹ ਸਾਰੀਆਂ ਭਾਵਨਾਵਾਂ ਉਹ ਸਤਿਗੁਰ ਜੀ ਦੇ ਸੁਖ ਸਹਿਜ ਨਿਵਾਸ ਦੇ ਵਿੱਚ, ਸ਼ਬਦ ਦੇ ਵਿੱਚ ਸਹਿਜ ਰੂਪ ਦੇ ਵਿੱਚ ਸੁਖ ਮਾਣਦਾ। ਉਹਦਾ ਮਨ ਬਿਲਕੁਲ ਨਿਵਾਸ ਕਰਦਾ ਹੈ ਸੁਖ ਦੇ ਵਿੱਚ, ਸਹਿਜ ਦੇ ਵਿੱਚ। ਕੋਈ ਉਹਦੇ ਮਨ ਨੂੰ ਡੁਲਾ ਨਹੀਂ ਸਕਦਾ, ਹਿਲਾ ਨਹੀਂ ਸਕਦਾ ਉਹਦੇ ਅੰਦਰ ਦੀ ਬਿਰਤੀ। ਇਹੀ ਬਿਰਤੀ ਆ, ਭਾਵੇਂ ਆਰੇ ਦੇ ਵਿੱਚੋਂ ਚੀਰ ਦਿਓ, ਭਾਵੇਂ ਦੇਗਾਂ ਵਿੱਚ ਉਬਾਲ ਦਿਓ, ਭਾਵੇਂ ਰੂਹ ਵਿੱਚ ਬਣ ਕੇ ਸਾੜ ਦਿਓ, ਭਾਵੇਂ ਬੋਟੀ ਬੋਟੀ ਕਰ ਦਿਓ, ਭਾਵੇਂ ਹਿਰਦਾ ਕੱਢ ਕੇ ਮੂੰਹ ਦੇ ਵਿੱਚ ਪਾ ਦਿਓ, ਪਰ ਉਹਦੇ ਅੰਦਰ ਦੀ ਅਵਸਥਾ ਸੁਖ ਸਹਿਜ ਨਿਵਾਸ ਉਹਦੇ ਵਿੱਚ ਟਿਕੀ ਰਹਿੰਦੀ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਉਸ ਅਵਸਥਾ ਨੂੰ ਕੋਈ ਬਿਨਾਸ਼ ਨਹੀਂ ਕਰ ਸਕਦਾ, ਜਿਹੜੀ ਅਵਸਥਾ ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਟਿਕਦੀ ਹੈ, ਪਕੜ ਕਰਦੀ ਹੈ। ਸੋ ਸਤਿਗੁਰ ਭਲੀ ਕਰਨ। ਅੱਜ 5 ਪਦਿਆਂ ਦੀ ਵਿਚਾਰ ਕੀਤੀ ਹੈ। ਕੱਲ੍ਹ ਫਿਰ ਅਸੀਂ ਇਸ ਰੂਪ ਦੇ ਵਿੱਚ ਇਸ ਮੁਕੱਦਸ ਬਾਣੀ ਦੀ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।